ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਗੱਲਬਾਤ ਕਰਾਂਗੇ ਕੁਝ ਵੱਡੀਆਂ ਤੇ ਅਹਿਮ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਜੋ ਅੱਜ ਪੂਰੇ ਦਿਨ ਦੀ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਵਿਧਾਇਕ ਨੇ ਪੰਜਾਬ ਤੋਂ, ਉਹਨਾਂ ਦੇ ਘਰ ਦੇ ਵਿੱਚ ਈਡੀ ਦੀ ਛਾਪੇਮਾਰੀ ਕੀਤੀ ਗਈ ਹੈ। ਕਾफ़ी ਵੱਡੀ ਇਹ ਛਾਪੇਮਾਰੀ ਦੱਸੀ ਜਾ ਰਹੀ ਹੈ। ਤਕਰੀਬਨ 5 ਜਗ੍ਹਾ ਦੇ ਉੱਪਰ ਇਹ ਖਹਿਰਾ ਦੇ ਟਿਕਾਣਿਆਂ ਦੇ ਉੱਪਰ ਛਾਪੇਮਾਰੀ ਕੀਤੀ ਗਈ। ਘਰ ਨੂੰ ਸੀਲ ਕਰ ਦਿੱਤਾ ਗਿਆ, ਖਹਿਰਾ ਦਾ ਫੋਨ ਵੀ ਜ਼ਬਤ ਕਰ ਲਿਆ ਗਿਆ। ਤਾਂ ਕਾफ़ी ਲੰਬਾ ਸਮਾਂ ਜਿਹੜੀ ਉਹਨਾਂ ਦੇ ਘਰ ਦੀ ਖੰਗਾਲੀ ਕੀਤੀ ਗਈ ਹੈ ਜਿਹੜੀ ਹੈਗੀ ਆ ਈਡੀ ਦੇ ਵੱਲੋਂ। ਤਾਂ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਵਿਧਾਨ ਸਭਾ ਦੇ ਅੰਦਰ ਅੱਜ MLA ਕੁਲਬੀਰ ਜੀਰਾ ਅਤੇ ਜਿਹੜੇ ਤ੍ਰਿਪਤ ਰਜਿੰਦਰ ਬਾਜਵਾ ਜਿਹੜੇ ਹੈਗੇ ਆ ਉਹ ਆਪਸ ਦੇ ਵਿੱਚ ਕੁਝ ਤਲਖੀਬਾਜ਼ੀ ਕਰਦੇ ਹੋਏ ਦਿਖਾਈ ਦਿੱਤੇ। ਕੀ ਕਾਰਨ ਰਿਹਾ ਉਹਦੇ ਤੇ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਕਿ ਅਗਲੀਆਂ ਉਹ ਚੋਣਾਂ ਲੜਨਗੇ ਜਾਂ ਕਿੰਨਾ ਟਾਈਮ ਉਹ ਚੋਣਾਂ ਲੜਦੇ ਰਹਿਣਗੇ ਜਾਂ ਫਿਰ 2022 ਦਾ ਜਿਹੜਾ ਅਗਲਾ ਚਿਹਰਾ ਉਹ ਕੌਣ ਹੋਊਗਾ, ਕੈਪਟਨ ਅਮਰਿੰਦਰ ਸਿੰਘ ਨੇ ਖੁਦ ਦੱਸਿਆ। ਇਹਦੇ ਤੇ ਗੱਲਬਾਤ ਕਰਾਂਗੇ। ਤਾਂ ਉਸ ਤੋਂ ਬਾਅਦ ਤ੍ਰਿਵੇਂਦਰਮ ਜਿਹੜੇ ਰਾਵਤ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਉੱਤਰਾਖੰਡ ਦੇ ਜਿਹੜੇ ਮੁੱਖ ਮੰਤਰੀ ਸੀਗੇ ਉਹਨਾਂ ਦੇ ਵੱਲੋਂ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਆਪਣੇ ਅਹੁਦੇ ਤੋਂ, ਉਹਦੇ ਤੇ ਗੱਲਬਾਤ ਕਰਾਂਗੇ। ਇਹਨਾਂ ਖਬਰਾਂ ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ। बहुत बहुत शुक्रिया, मेहरबानी। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਗੱਲ ਕਰੀਏ ਕਿ ਜਿਹੜੀ ਅੱਜ ਪੂਰੇ ਦਿਨ ਦਾ ਵਿਸ਼ਾ ਬਣੀ ਰਹੀ ਹੈ ਖਬਰ, ਸੁਖਪਾਲ ਸਿੰਘ ਖਹਿਰਾ ਦੇ ਉੱਪਰ ਜਿਹੜਾ ਹੈਗਾ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਉਹਨਾਂ ਦੇ ਵੱਖ-ਵੱਖ ਟਿਕਾਣਿਆਂ ਦੇ ਉੱਪਰ ਰੇਡ ਕੀਤੀ ਗਈ, ਘਰ ਦੇ ਵਿੱਚ ਪਹੁੰਚੇ, ਘਰ ਨੂੰ ਪੂਰੇ ਨੂੰ ਖੰਗਾਲ ਲਿਆ ਗਿਆ, ਖਹਿਰਾ ਦਾ ਫੋਨ ਵੀ ਜਿਹੜਾ ਜ਼ਬਤ ਕਰ ਲਿਆ ਗਿਆ। ਤਾਂ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਦਾ ਤਰਕ ਸੀ, ਕਹਿੰਦੇ ਮੈਂ ਵੱਖ-ਵੱਖ ਮੁੱਦੇ ਚੁੱਕ ਰਿਹਾ, ਕੇਂਦਰ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਿਹਾ, ਉਸੇ ਆਵਾਜ਼ ਨੂੰ ਦੱਬਣ ਦੇ ਲਈ ਇਹ ਈਡੀ ਦੀ ਰੇਡ ਕੀਤੀ ਗਈ ਹੈ। ਸੁਖਵਿੰਦਰ ਜੀ, ਜਿੱਥੋਂ ਤੱਕ ਸੁਖਪਾਲ ਖਹਿਰਾ ਹੋਰਾਂ ਦਾ ਸੰਬੰਧ ਹੈ, ਆਪਾਂ ਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਚਰਚਾ ਦਾ ਵਿਸ਼ਾ ਰਹੇ ਨੇ ਹਮੇਸ਼ਾ। ਕਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਜਾਂ ਈਵਨ ਜਦੋਂ ਨਸ਼ੇ ਦਾ ਮੁੱਦਾ ਚੱਲ ਰਿਹਾ ਸੀਗਾ ਉਦੋਂ ਵੀ ਉਹਨਾਂ ਦੇ ਉੱਤੇ ਜਿਹੜਾ ਸੀਗਾ ਇੱਦਾਂ ਦੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਨੇ। ਔਰ ਉਹਨਾਂ ਨੇ ਇਹੀ ਹਮੇਸ਼ਾ ਕਿਹਾ ਕਿ ਮੈਂ ਬੇਕਸੂਰ ਹਾਂ, ਮੇਰੇ ਤੇ ਗਲਤ ਜਿਹੜੇ ਨੇ ਇਲਜ਼ਾਮਬਾਜ਼ੀ ਹੁੰਦੀ ਰਹੀ ਹੈ। ਹੁਣ ਜਿਵੇਂ ਲੇਟੈਸਟ ਘਟਨਾ ਵਾਪਰੀ ਹੈ, ਇੱਥੋਂ ਇਹੀ ਲੱਗਦਾ ਹੈ ਕਿ ਸੈਂਟਰ ਜਿਹੜੀ ਗਵਰਨਮੈਂਟ ਹੈ, ਜਿਹੜੀ ਹੈ BJP ਦੀ ਸਰਕਾਰ ਹੈ, ਕਿਵੇਂ ਨਾ ਕਿਵੇਂ ਜਿਹੜੇ ਪੰਜਾਬ ਦੇ ਨੇਤਾਵਾਂ ਦੇ ਉੱਤੇ, ਪੰਜਾਬ ਦੀ ਲੀਡਰਸ਼ਿਪ ਦੇ ਉੱਤੇ ਦਬਾਅ ਬਣਾਉਣਾ ਚਾਹੁੰਦੀ ਹੈ। ਜਿਵੇਂ ਖਹਿਰਾ ਸਾਹਿਬ ਨੇ ਵੀ ਕਿਹਾ, ਇਹ ਗੱਲ ਠੀਕ ਹੋ ਸਕਦੀ ਹੈ ਕਿ ਜਿਵੇਂ ਉਹਨਾਂ ਨੇ ਉਸ ਜਿਹਦੀ ਮੌਤ ਹੋ ਚੁੱਕੀ ਸੀ 26 ਜਨਵਰੀ ਨੂੰ, ਉਸ ਨੌਜਵਾਨ ਦੇ ਲਈ ਉਹ ਬਹੁਤ ਵੱਡੀ ਆਵਾਜ਼ ਬੁਲੰਦ ਕਰ ਰਹੇ ਸੀਗੇ, ਇਹ ਗੱਲ ਠੀਕ ਹੈ। ਪਰ ਇਹਦੇ ਪਿੱਛੇ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੋ ਸਕਦੀਆਂ ਨੇ। ਇਹਨੂੰ ਜਦੋਂ ਈਡੀ ਇਹਦੇ ਵਿੱਚੋਂ ਕੁਝ ਨਿਕਲੇਗਾ ਉਦੋਂ ਹੀ ਗੱਲ ਬਣੇਗੀ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਤੋਂ ਵੀ ਪਹਿਲਾਂ ਈਡੀ ਨੇ ਬਹੁਤ ਸਾਰੇ ਲੋਕਾਂ ਦੇ ਉੱਤੇ, ਖਾਸ ਤੌਰ 'ਤੇ ਮਜੀਠੀਆ ਸਾਹਿਬ ਦੇ ਉੱਤੇ ਵੀ ਜਿਹੜੀ ਹੈਗੀ ਪੁੱਛਗਿੱਛ ਉਹਨਾਂ ਨੇ ਕੀਤੀ ਸੀ ਕਿਸੇ ਵੇਲੇ, ਪਰ ਨਿਕਲਿਆ ਕੱਖ ਨਹੀਂ। ਸੋ ਜੇ ਤਾਂ ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ, ਫਿਰ ਤਾਂ ਇੱਦਾਂ ਦੀਆਂ ਰੇਡਸ ਜਿਹੜੀਆਂ ਨੇ ਉਹ ਮੈਨੂੰ ਲੱਗਦਾ ਕਿ ਲੋਕਾਂ ਨੂੰ ਜਿਹੜਾ ਹੈਗਾ ਉਹੀ ਜਿਹੜਾ ਹੈਗਾ ਭੰਬਲ ਭੂਸੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਦਰਵਾਈਜ਼ ਜੇ ਕੋਈ ਨਿਕਲੇਗਾ ਜ਼ਰੂਰ ਤਾਂ ਲਾਜ਼ਮੀ ਤੌਰ 'ਤੇ ਈਡੀ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਜੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਉਹਨੂੰ ਕਰਨਾ ਚਾਹੀਦਾ। ਪਰ ਇਹ ਪੋਲੀਟੀਕਲ ਜਿਹੜਾ ਮੁੱਦਾ ਹੈ ਇਹ ਨਹੀਂ ਬਣਾਉਣਾ ਚਾਹੀਦਾ। ਇਹਦੇ ਵਿੱਚੋਂ ਜਿਵੇਂ ਮਜੀਠੀਆ ਸਾਹਿਬ ਜਿਹੜਾ ਸੀਗਾ ਉਹਨਾਂ ਨੂੰ ਪੁੱਛ-ਗਿੱਛ ਕੇ ਉਹਨਾਂ ਨੇ ਛੱਡਤਾ ਔਰ ਨਿਕਲਿਆ ਨਹੀਂ ਹੈ। ਕਿਤੇ ਇਹ ਗੱਲ ਨਾ ਹੋਵੇ ਕਿ ਜੋ ਮਜੀਠੀਆ ਸਾਹਿਬ ਨਾਲ ਵਾਪਰਿਆ ਉਹੀ ਖਹਿਰਾ ਸਾਹਿਬ ਨਾਲ ਹੋਵੇ। ਸੋ ਜੇ ਕੋਈ ਹੈ ਖਹਿਰਾ ਸਾਹਿਬ, ਜੇ ਕੋਈ ਉਹਨਾਂ ਦੇ ਵਿੱਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਜ਼ਰੂਰ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹ 'ਚ ਕੀ ਗੱਲ ਹੈ ਜੀ? ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇੱਕ ਮਾਮਲਾ ਇਹਨਾਂ ਦੇ ਵੱਲੋਂ ਨਕਲੀ ਪਾਸਪੋਰਟ ਦਾ ਦੱਸਿਆ ਗਿਆ, ਉਹ ਕਹਿੰਦੇ ਕਿ ਅਜਿਹਾ ਮਾਮਲਾ ਕੋਈ ਨਹੀਂ ਹੈ। ਤਾਂ ਦੂਜੀ ਫੰਡਿੰਗ ਨੂੰ ਲੈ ਕੇ ਵੀ ਰੌਲਾ ਪਿਆ, ਉਹ ਕਹਿੰਦੇ ਕਿ ਮੇਰਾ ਘਰ ਪੂਰਾ ਦੇਖ ਲਓ, ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ। ਕਿ ਵਾਕਈ ਜੋ ਗੱਲ ਕਹਿ ਰਹੇ ਆ ਕਿ ਮੇਰੀ ਆਵਾਜ਼ ਦੱਬਣ ਲਈ, ਚਾਹੇ ਉਹ ਨਵਰੀਤ ਡਿਬਡਬਾ ਵਾਲਾ ਜਿਹੜਾ ਮਾਮਲਾ ਉਹ ਵਾਰ-ਵਾਰ ਚੱਕ ਰਹੇ ਨੇ, ਚਾਹੇ ਉਹ ਵੱਖ-ਵੱਖ ਹੋਰ ਵੀ ਮਾਮਲੇ ਜਿਹੜੇ ਆ ਚੱਕ ਰਹੇ ਆ, ਉਹ ਕਹਿੰਦੇ ਕਿ ਮੇਰੇ ਤੇ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੱਲੋਂ ਵੀ ਜਿਹੜੇ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਖਿਲਾਫ ਬੋਲਣ ਦੇ ਕਰਕੇ ਮੇਰੇ ਤੇ ਸੰਗੀਨ ਧਾਰਾਵਾਂ ਦੇ ਤਹਿਤ ਪਰਚਾ ਕੀਤਾ ਗਿਆ ਸੀ। ਤਾਂ ਹੁਣ ਕਹਿੰਦੇ ਉਸੇ ਤਰਜ਼ ਦੇ ਉੱਪਰ ਹੀ ਇਹ ਪਰਚਾ ਹੋਇਆ ਜੀ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਚਾਹੇ ਉਹ ਜਿਹੜੀ ਸਟੇਟ ਦੀ ਸਰਕਾਰ ਹੋਵੇ, ਚਾਹੇ ਸੈਂਟਰ ਦੀ ਸਰਕਾਰ ਹੋਵੇ, ਆਪਾਂ ਨੂੰ ਪਤਾ ਹੈ ਕਿ ਖਹਿਰਾ ਸਾਹਿਬ ਜਿਹੜੇ ਨੇ ਉਹ ਲਗਾਤਾਰ ਆਵਾਜ਼ ਆਪਣੀ ਕਿਤੇ ਨਾ ਕਿਤੇ ਜਿਹੜਾ ਹੈਗਾ ਬੁਲੰਦ ਕਰਦੇ ਰਹੇ ਨੇ ਵੱਖ-ਵੱਖ ਮੁੱਦਿਆਂ ਦੇ ਉੱਤੇ। ਚਾਹੇ ਜਿਹੜਾ ਇੱਕ ਮੰਤਰੀ ਦੀ ਗੱਲ ਹੋਵੇ ਜਿਹਨੂੰ ਅਸਤੀਫਾ ਦਿਵਾਉਣ ਦੇ ਲਈ ਮਜਬੂਰ ਕੀਤਾ ਸੀ ਉਹਨਾਂ ਨੇ ਕਿਸੇ ਵੇਲੇ, ਜਦੋਂ ਉਹ ਆਮ ਆਦਮੀ ਪਾਰਟੀ ਦੇ LOP ਸੀਗੀ।
ਔਰ ਉਸ ਤੋਂ ਬਾਅਦ ਵੀ ਲਗਾਤਾਰ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਿਆ ਤੇ ਆਪਾਂ ਨੂੰ ਪਤਾ ਹੈ ਕਿ ਉਹ ਜਿਹੜਾ ਇੱਕ ਰਿਕਾਰਡ ਉਹ ਤਾਂ ਬੋਲਦਾ ਹੈ, ਪਰ ਜਿਹੜੀ ਇਹ ਮੈਂ ਘਟਨਾ ਇੱਥੇ ਬਾਰ-ਬਾਰ ਕੋਸ਼ਿਸ਼ ਕਰ ਰਿਹਾ ਕਿ ਇਹ ਕਿਤੇ ਇਹ ਨਾ ਹੋਵੇ ਵੀ ਕਿ ਇਸ ਨੂੰ ਕਾਗਜ਼ੀ ਕਾਰਵਾਈ ਤੱਕ ਸੀਮਤ ਕੀਤਾ ਜਾਏ। ਜਦੋਂ ਦੀਆਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ, ਇੱਦਾਂ ਦੀਆਂ ਰੇਡਸ ਪੈਂਦੀਆਂ ਨੇ, ਤਾਂ ਉਹਦੇ ਵਿੱਚ ਜਿਹੜੀ ਸਿਆਸਤ ਹੈ ਉਹ ਜ਼ਿਆਦਾ ਭਾਰੂ ਹੁੰਦੀ ਹੈ। ਉਹਦੇ ਵਿੱਚ ਜਿਹੜੀ ਸੱਚਾਈ ਹੁੰਦੀ ਹੈ ਉਹ ਕਿਤੇ ਨਾ ਕਿਤੇ ਬਹੁਤ ਥੋੜ੍ਹੀ ਹੁੰਦੀ ਹੈ। ਜਿਵੇਂ ਮੈਂ ਐਗਜ਼ਾਮਪਲ ਦਿੱਤੀ ਹੈ ਕਿ ਮਜੀਠੀਆ ਸਾਹਿਬ ਨੂੰ ਕੋਸ਼ਿਸ਼ ਕੀਤੀ ਉਹਨਾਂ ਨੇ ਪੁੱਛਗਿੱਛ ਕਰਨ ਦੀ, ਜਾਂ ਹੋਰ ਬਹੁਤ ਸਾਰੇ ਲੋਕਾਂ ਨੂੰ ਈਡੀ ਜਿਹੜੀ ਹੈਗੀ ਆ ਲਗਾਤਾਰ ਪੁੱਛਗਿੱਛ ਕਰਦੀ ਹੈ, ਪਰ ਉਹਦੇ 'ਚੋਂ ਸਾਨੂੰ ਇਹ ਨਹੀਂ ਕਦੇ ਮਿਲਿਆ ਕਿ ਕੋਈ ਉਹਦੇ ਵਿੱਚੋਂ ਕੋਈ ਕੇਸ ਨਿਕਲ ਕੇ ਸਾਹਮਣੇ ਆਇਆ ਹੋਵੇ, ਕੋਈ ਜਾਂ ਕਿਸੇ ਨੂੰ ਤੁਸੀਂ ਉਹਨਾਂ ਨੂੰ ਸਜ਼ਾ ਦਵਾਈ ਹੋਵੇ। ਇੱਦਾਂ ਦੀਆਂ ਘਟਨਾਵਾਂ ਨਹੀਂ ਵਾਪਰਦੀਆਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਕੋਈ ਖਹਿਰਾ ਸਾਹਿਬ ਨੇ, ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਜੇ ਉਹਨਾਂ ਦੇ ਉੱਤੇ ਕੋਈ ਇਲਜ਼ਾਮਬਾਜ਼ੀ ਹੈ ਤਾਂ ਲਾਜ਼ਮੀ ਤੌਰ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ। ਇਸ ਕਰਕੇ ਈਡੀ ਨੂੰ ਜਿਹੜਾ ਹੈਗਾ ਕੋਈ ਲੋਕਾਂ ਦੇ ਸਾਹਮਣੇ ਜਿਹੜੀ ਹੈਗੀ ਹੈ ਸੱਚਾਈ ਨੂੰ, ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਜਿਹੜਾ ਪੋਲੀਟੀਕਲ ਪ੍ਰੈਸ਼ਰ ਦੇ ਰਾਹੀਂ ਕਿਸੇ ਨੂੰ ਜਿਹੜਾ ਹੈਗਾ ਨਜਾਇਜ਼ ਤੰਗ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਉਹ ਨਹੀਂ ਹੋਣੀ ਚਾਹੀਦੀ। ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ। ਗੱਲਬਾਤ ਹੁਣ ਪੰਜਾਬ ਕਾਂਗਰਸ ਦੀ ਕਰੀਏ ਤਾਂ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਆਪਸੀ ਖਿਲਾਫ ਜਿਹੜਾ ਅਕਸਰ ਹੀ ਦੇਖਿਆ ਜਾਂਦਾ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਹੋਣ, ਕੈਪਟਨ ਅਮਰਿੰਦਰ ਸਿੰਘ ਸ਼ਮਸ਼ੇਰ ਸਿੰਘ ਦੂਲੋ ਹੋਣ, ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਹੋਣ, ਤਾਂ ਇੱਕ ਵਾਰ ਫਿਰ ਤੋਂ ਜਿਹੜਾ ਪਿਛਲੇ ਦਿਨੀ ਇੱਕ ਆਵਾਜ਼ ਚੁੱਕੀ ਗਈ ਸੀ, ਕਾਫੀ ਸਮਾਂ ਪਹਿਲਾਂ, ਕੁਝ ਸਾਲ ਪਹਿਲਾਂ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ ਗਏ ਸੀ। ਕਹਿੰਦੇ ਕਿ ਨਸ਼ਾ ਨਾ ਵਿਕਣ ਦਾ ਵਾਅਦਾ ਕਰਕੇ ਆਏ ਸੀ, ਪਰ ਹਲੇ ਵੀ ਸਾਡੇ ਹਲਕੇ ਦੇ ਵਿੱਚ ਨਸ਼ਾ ਜਿਹੜਾ ਵਿਕ ਰਿਹਾ। ਉਸ ਤੋਂ ਬਾਅਦ ਉਹਨਾਂ ਤੇ ਕਾਰਵਾਈ ਹੋਈ, ਫਿਰ ਉਹਨਾਂ ਦੇ ਵੱਲੋਂ ਬਿਆਨ ਵਾਪਸ ਲੈ ਲਿਆ ਗਿਆ ਤਾਂ ਉਹਨਾਂ ਨੂੰ ਕਰ ਲਿਆ ਗਿਆ। ਤਾਂ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੇ ਵਿਧਾਨ ਸਭਾ ਅੰਦਰ ਸਵਾਲ ਚੁੱਕੇ ਨੇ। ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਮੇਰੇ ਨਾਲ ਕਿ ਤੇਰੇ ਏਰੀਏ ਦੇ ਵਿੱਚ ਐਸਡੀਐਮ ਦਫ਼ਤਰ ਹੋਊਗਾ, ਪਰ ਅੱਜ ਤੱਕ ਕਹਿੰਦੇ ਮੇਰੇ ਇਲਾਕੇ ਦੇ ਵਿੱਚ ਐਸਡੀਐਮ ਦਫ਼ਤਰ ਨਹੀਂ ਬਣਿਆ। ਤਾਂ ਦੂਜੇ ਪਾਸੇ ਠੋਕਵਾਂ ਜਵਾਬ ਜਿਹੜਾ ਦਿੱਤਾ ਹੈ ਤ੍ਰਿਪਤ ਰਜਿੰਦਰ ਬਾਜਵਾ ਦੇ ਵੱਲੋਂ, ਇਹ ਗੱਲ ਕਹਿ ਰਿਹਾ ਕਿ ਕਹਿੰਦੇ ਕਿ ਤੁਹਾਡੇ ਏਰੀਏ ਦੇ ਵਿੱਚ ਐਸਡੀਐਮ ਦਫ਼ਤਰ ਦੀ ਨਾ ਕੋਈ ਤਜਵੀਜ਼ ਸੀ, ਨਾ ਇਹ ਤੇ ਕੋਈ ਵਿਚਾਰ ਕੀਤਾ ਜਾ ਰਿਹਾ। ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਆਪਸੀ ਭੇੜ ਹੋਇਆ ਵਿਧਾਨ ਸਭਾ ਦੇ ਅੰਦਰ? ਵਿਰੋਧੀ ਧਿਰਾਂ ਨਾਲ ਤਾਂ ਆਪਾਂ ਅਕਸਰ ਸੁਣਦੇ ਹੀ ਰਹਿੰਦੇ ਹਾਂ, ਪਰ ਵਿਧਾਨ ਸਭਾ ਦੇ ਅੰਦਰ ਆਪਣੇ ਹੀ ਐਮਐਲਏ ਤੇ ਆਪਣੇ ਹੀ ਮੰਤਰੀ ਦੇ ਵੱਲੋਂ ਅਜਿਹੇ ਬਿਆਨਬਾਜ਼ੀ ਕਰਨਾ, ਇਸ ਨੂੰ ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ ਦੇਖੋ, ਹੁਣ ਇਲੈਕਸ਼ਨਾਂ ਦਾ ਸਮਾਂ ਬਹੁਤ ਨੇੜੇ ਆ ਰਿਹਾ ਹੈ, ਲਗਭਗ 1 ਸਾਲ ਹੀ ਬਾਕੀ ਹੈ। ਤੁਸੀਂ ਦੇਖੋਗੇ ਕਿ ਇਸ 1 ਸਾਲ ਦੇ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ, ਇੱਦਾਂ ਦੀਆਂ ਪੋਲੀਟੀਕਲ ਘਟਨਾਵਾਂ ਜਿਹੜੀਆਂ ਨੇ ਉਹ ਵਾਪਰਨਗੀਆਂ, ਔਰ ਸ਼ੁਰੂਆਤ ਇਸ ਤੋਂ ਪਹਿਲਾਂ ਵੀ ਹੋ ਚੁੱਕੀ। ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਵੱਖ-ਵੱਖ ਧੜੇ ਕਾਂਗਰਸ ਦੇ, ਖਾਸ ਤੌਰ ਜਿਹੜੀ ਪੰਜਾਬ ਦੀ ਕਾਂਗਰਸ ਹੈ, ਉਹਦੇ ਵਿੱਚ ਸਾਹਮਣੇ ਆਏ। ਉਹਦੇ ਵਿੱਚ ਨਵਜੋਤ ਸਿੱਧੂ ਦਾ ਧੜਾ, ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਧੜਾ ਜਿਹੜਾ ਹੈਗਾ, ਇਸ ਤੋਂ ਇਲਾਵਾ ਹੋਰ ਬੜੇ ਧੜੇ ਤੁਸੀਂ ਦੇਖੋਗੇ ਕਿ ਉਹ ਆਪਸ ਦੇ ਵਿੱਚ ਜਿਹੜੀ ਹੈਗੀ ਹੈ ਉਹ ਕਸ਼ਮਕਸ਼ ਉਹਨਾਂ ਦੀ ਚੱਲਦੀ ਰਹਿੰਦੀ ਹੈ। ਇਸੇ ਤਰ੍ਹਾਂ ਜੀਰਾ ਹੋਰਾਂ ਦਾ ਜਿਹੜਾ ਹੈਗਾ, ਤੁਸੀਂ ਦੇਖੋਗੇ ਕਿ ਜੀਰੇ ਹੋਰਾਂ ਨੇ ਲਗਾਤਾਰ ਇੱਕ ਬਗਾਵਤੀ ਸੁਰ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕਰਦੇ ਨੇ ਕਿ ਜਿਵੇਂ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ ਕਿ ਕੈਪਟਨ ਸਾਹਿਬ ਨੇ ਨਸ਼ਿਆਂ ਦਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਸੀਗੀ ਔਰ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀਗੀ। ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਵੱਡੇ ਮਗਰਮੱਛ ਨੇ ਨਸ਼ਿਆਂ ਦੇ, ਉਹ ਅਜੇ ਤੱਕ ਕੋਈ ਸਾਹਮਣੇ ਨਹੀਂ ਆਏ, ਔਰ ਛੋਟੇ-ਮੋਟੇ ਜਿਹੜੇ ਸੀ ਉਹ ਜ਼ਰੂਰ ਵਿਚਾਰੇ ਫੜੇ ਗਏ ਨੇ, ਉਹ ਅੱਜ ਜੇਲ੍ਹਾਂ 'ਚ ਡੱਕੇ ਗਏ ਨੇ। ਪਰ ਜਿਹੜੀ ਵੱਡੇ ਮਗਰਮੱਛ ਨੇ, ਜਿੰਨੀ ਦੇਰ ਉਹ ਬਾਹਰ ਰਹਿਣਗੇ ਉਨੀ ਦੇਰ ਨਸ਼ਿਆਂ ਦੇ ਮੁੱਦਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਸੁਲਗਦਾ ਰਹੇਗਾ। ਔਰ ਜਿੱਥੋਂ ਤੱਕ ਜੀਰਾ ਹੋਰਾਂ ਦੀ ਗੱਲ ਹੈ, ਜੀਰਾ ਹੋਰਾਂ ਨੇ ਬਿਲਕੁਲ ਸਹੀ ਕੀਤਾ, ਕਿਉਂਕਿ ਲੋਕਾਂ ਨਾਲ ਵਾਅਦੇ ਕਰਕੇ ਜਿਹੜਾ ਐਮਐਲਏ ਉਹ ਬਣਦਾ ਹੈ, ਲੋਕਾਂ ਨੂੰ ਇੱਕ ਵਾਅਦਾ ਕਰਾਉਂਦਾ ਹੈ ਕਿ ਅਸੀਂ ਤੁਹਾਡੇ ਲਈ ਫਲਾਣੀਆਂ ਸਹੂਲਤਾਂ ਦੇਵਾਂਗੇ। ਜਦੋਂ ਤੁਹਾਡੀਆਂ ਸਹੂਲਤਾਂ ਨਹੀਂ ਮਿਲਦੀਆਂ, ਲੋਕਾਂ ਦੀ ਇੱਛਾ ਪੂਰੀ ਨਹੀਂ ਹੁੰਦੀ, ਤਾਂ ਲਾਜ਼ਮੀ ਤੌਰ ਤੇ ਜਿਹੜਾ ਐਮਐਲਏ ਹੈ ਉਹਦੇ ਲਈ ਸੰਕਟ ਦੀ ਘੜੀ ਜਿਹੜੀ ਹੈਗੀ ਆ, ਲੋਕ ਉਹਨਾਂ ਨੂੰ ਸਵਾਲ ਪੁੱਛਦੇ ਨੇ ਤਾਂ ਉਹਨਾਂ ਨੂੰ ਜਵਾਬ ਦੇਣਾ ਪੈਂਦਾ। ਸੋ ਇਸ ਕਰਕੇ ਜੀਰਾ ਸਾਹਿਬ ਜੇ ਕੋਈ ਸਵਾਲ ਉਹਨਾਂ ਨੂੰ ਜੈਨੂਨ ਸਵਾਲ ਕਰ ਰਹੇ ਹੈ ਤਾਂ ਲਾਜ਼ਮੀ ਤੌਰ ਤੇ ਬਾਜਵਾ ਸਾਹਿਬ ਨੂੰ ਇਹ ਗੱਲ ਜਿਹੜੀ ਸੀਗੀ ਇਹ ਨਹੀਂ ਸੀ ਕਰਨੀ ਚਾਹੀਦੀ, ਸਗੋਂ ਬੜੇ ਤਹੱਮਲ ਦੇ ਨਾਲ ਉਹਨਾਂ ਦਾ ਸਵਾਲ ਸੁਣਨਾ ਚਾਹੀਦਾ ਸੀ ਔਰ ਉਹਨਾਂ ਦਾ ਮਸਲਾ ਜਿਹੜਾ ਹੈਗਾ ਹੱਲ ਕਰਨਾ ਚਾਹੀਦਾ ਹੈ। ਜਿਹੜੀ ਹੈਗੀ ਆਪਸੀ ਫੁੱਟ ਜਿਹੜੀ ਹੈਗੀ ਆ ਕਾਂਗਰਸ ਲਈ ਇਹ ਮਹਿੰਗੀ ਪੈ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਜੀ। ਤਾਂ ਹੁਣ ਗੱਲਬਾਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰੀਏ। ਉਹਨਾਂ ਨੇ ਇੱਕ ਵਾਰ ਫਿਰ ਤੋਂ ਆਪਣੇ ਚੋਣ ਲੜਨ ਤੇ ਸਫਾਈ ਦਿੱਤੀ ਹੈ। ਉਹ ਕਹਿੰਦੇ ਕਿ ਪਹਿਲਾਂ ਤਾਂ 2017 ਦੇ ਵਿੱਚ ਜਦੋਂ ਆਏ ਸੀ ਕਹਿੰਦੇ ਸੀ ਕਿ ਮੇਰੀ ਆਖਰੀ ਚੋਣ ਹੈ, ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨ ਕਿਹਾ ਸੀ ਕਿ ਠੀਕ ਆ ਮੈਂ ਇੱਕ ਚੋਣ ਹੋਰ ਲੜੂੰਗਾ। ਮੁੱਖ ਮੰਤਰੀ ਦੇ ਅਹੁਦੇ ਲਈ ਵੀ ਉਹੀ ਹੋਣਗੇ। ਕਿਆਸਰਾਈਆਂ ਪਿਛਲੇ ਦਿਨ ਚੱਲੀਆਂ ਸੀ, ਕੁਝ ਆਫੀਸ਼ੀਅਲੀ ਜਿਹੜੀਆਂ ਅਨਾਊਂਸਮੈਂਟ ਵੀ ਹੋਈਆਂ, ਚਾਹੇ ਉਹ ਸੁਨੀਲ ਜਾਖੜ ਹੋਣ, ਚਾਹੇ ਉਹ ਰਾਜੀਵ ਸ਼ੁਕਲਾ ਹੋਣ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਆ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਉਸ ਤੋਂ ਵੀ ਅੱਗੇ ਵੱਧ ਗਏ ਨੇ। ਉਹ ਕਹਿੰਦੇ ਕਿ ਮੈਂ ਆਪਣਾ ਵਜ਼ਨ ਘੱਟ ਕਰ ਲਿਆ, ਮੈਂ 10 ਤੋਂ 15 ਸਾਲ ਹੋਰ ਐਕਟਿਵ ਪੋਲੀਟਿਕਸ ਜਿਹੜੀ ਆ ਉਹ ਕਰ ਸਕਦਾ। ਪਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਕਿ ਪਾਰਟੀ ਹਾਈ ਕਮਾਂਡ ਤੈਅ ਕਰੂਗੀ ਕਿ 2022 ਦੇ ਵਿੱਚ ਮੁੱਖ ਮੰਤਰੀ ਦਾ ਅਹੁਦੇਦਾਰ ਕੌਣ ਹੋਊਗਾ। ਦੇਖੋ, ਵਜ਼ਨ ਘੱਟ ਕਰ ਲੈਣ ਨਾਲ
ਤੁਹਾਡੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਕੋਈ ਬੂਰ ਪੈ ਜਾਊਗਾ ਮੈਨੂੰ ਨਹੀਂ ਲੱਗਦਾ। ਜਿਵੇਂ ਉਹਨਾਂ ਨੇ ਪਿਛਲੇ ਵਾਰੀ ਕਿਹਾ ਸੀਗਾ ਕਿ ਮੇਰੀ ਆਖਰੀ ਚੋਣ ਹੋਏਗੀ ਔਰ ਇਹਨਾਂ ਦੀਆਂ ਉਹਨਾਂ ਨੇ ਬਕਾਇਦਾ ਤੌਰ ਤੇ ਬਹੁਤ ਸੌਹਾਂ ਵੀ ਖਾਧੀਆਂ ਔਰ ਇਹ ਵੀ ਕਿਹਾ ਕਿ ਮੈਨੂੰ ਤੁਸੀਂ ਲੋਕਾਂ ਨੂੰ ਕਿ ਆਖਰੀ ਵਾਰ ਤੁਸੀਂ ਜਿਤਾਓ, ਠੀਕ ਹੈ ਨਾ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ ਤੇ ਹੁਣ ਉਹਨਾਂ ਨੂੰ ਲੱਗਦਾ ਹੈ ਕਿਉਂਕਿ ਨੇੜੇ ਇਲੈਕਸ਼ਨ ਆ ਰਹੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਇੱਛਾ ਇਹ ਦਿਲ ਮੰਗੇ ਮੋਰ, ਠੀਕ ਹੈ ਨਾ, ਉਹ ਇੱਛਾ ਜਿਹੜੀ ਹੈਗੀ ਜ਼ਾਹਿਰ ਹੋ ਰਹੀ ਹੈ। ਪਰ ਜਿੱਥੋਂ ਤੱਕ ਪਿਛਲੇ ਵਾਅਦਿਆਂ ਦਾ ਸੰਬੰਧ ਹੈ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਵਾਅਦੇ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੇ ਕਹਿਣ ਦੇ ਉੱਤੇ ਉਹਨਾਂ ਨੇ ਬਾਰ-ਬਾਰ ਕੀਤੇ ਲੋਕਾਂ ਦੇ ਨਾਲ ਔਰ ਲਿਖਤੀ ਬਿਆਨ ਵੀ ਦਿੱਤੇ ਔਰ ਗੁਟਕਾ ਸਾਹਿਬ ਦੀ ਸਹੁੰ ਵੀ ਖਾਧੀਆਂ, ਹੋਰ ਪਤਾ ਨਹੀਂ ਕੀ ਜਿਹੜੇ ਸੀਗੇ ਵਾਅਦੇ ਲੋਕਾਂ ਨਾਲ ਕਰਕੇ ਉਹ ਜਿੱਤੇ। ਪਰ ਉਹਦਾ ਨਤੀਜਾ ਕੀ ਨਿਕਲਿਆ ਆਪਾਂ ਨੂੰ ਪਤਾ ਹੈ ਕਿ 4 ਸਾਲਾਂ ਦੇ ਵਿੱਚ ਲੋਕ ਅੱਜ ਪੰਜਾਬ ਦੇ ਤਰਾਹ-ਤਰਾਹ ਕਰ ਰਹੇ ਨੇ ਔਰ ਇੱਥੋਂ ਤੱਕ ਕਿ ਕਿਸਾਨੀ ਜਿਹੜੀ ਹੈਗੀ ਹੈ, ਕਿਸਾਨੀ ਇਸ ਵੇਲੇ ਮੈਨੂੰ ਲੱਗਦਾ ਕਿ ਆਪਣੇ ਬਹੁਤ ਵੱਡੇ ਸੰਕਟ ਦੇ ਵਿੱਚ ਇਸ ਵੇਲੇ ਪੰਜਾਬ ਦੀ ਕਿਸਾਨੀ ਆਈ ਹੋਈ ਹੈ। ਔਰ ਵੱਡੀ ਗੱਲ ਇਹ ਹੈ ਸੁਖਵਿੰਦਰ ਜੀ ਕਿ ਜਿਹੜਾ ਕੱਲ ਬਜਟ ਆਇਆ ਉਹਦੇ ਵਿੱਚ ਲਗਭਗ 2,73,000 ਕਰੋੜ ਦਾ ਪੰਜਾਬੀਆਂ ਦੇ ਉੱਤੇ ਕਰਜ਼ਾ ਹੈ। ਇਹਦਾ ਮਤਲਬ ਹੈ ਕਿ ਹਰ ਪੰਜਾਬੀ ਦੇ ਉੱਤੇ ਲਗਭਗ 1 ਲੱਖ ਦਾ ਕਰਜ਼ਾ ਜਿਹੜਾ ਹੈਗਾ ਉਹ ਇਸ ਵੇਲੇ ਸਿਰ ਚੜ੍ਹ ਚੁੱਕਿਆ ਔਰ ਮੈਨੂੰ ਲੱਗਦਾ ਕਿ ਇਹ ਕਰਜ਼ਾ ਕੈਪਟਨ ਸਾਹਿਬ ਨੇ ਤਾਂ ਦੇਣਾ ਨਹੀਂ ਹੈ, ਇਹ ਕਰਜ਼ਾ ਆਮ ਲੋਕਾਂ ਨੂੰ, ਤੁਹਾਨੂੰ, ਮੈਨੂੰ, ਸਾਰਿਆਂ ਨੂੰ ਆਪਾਂ ਨੂੰ ਟੈਕਸ ਦੇ ਰੂਪ ਦੇ ਵਿੱਚ ਦੇਣਾ ਹੀ ਪੈਣਾ ਹੈ। ਸੋ ਇਸ ਕਰਕੇ ਜਿਹੜਾ ਹੈਗਾ ਜਿੱਥੇ ਤਾਂ ਚਾਹੀਦਾ ਇਹ ਸੀਗਾ ਕਿ ਉਸ ਕਰਜ਼ੇ ਨੂੰ ਘੱਟ ਕੀਤਾ ਜਾਂਦਾ ਔਰ ਪੰਜਾਬ ਨੂੰ ਕੋਈ ਨਾ ਕੋਈ ਰਾਹਤ ਮਿਲਦੀ, ਪੰਜਾਬ ਦੀ ਕਿਸਾਨੀ ਦੇ ਕਰਜ਼ਾ ਮਾਫ ਦੀ ਗੱਲ ਹੁੰਦੀ, ਉਹ ਨਹੀਂ ਹੋਈ। ਇਸ ਤਰ੍ਹਾਂ ਘਰ ਘਰ ਨੌਕਰੀ ਦੀ ਗੱਲ ਹੁੰਦੀ। ਕੱਲ੍ਹ ਹੀ ਤੁਸੀਂ ਦੇਖਿਆ ਹੋਵੇਗਾ ਕਿ ਕੈਪਟਨ ਸਾਹਿਬ ਦੇ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਸੀਗੇ ਲੋਕ, ਬੇਰੁਜ਼ਗਾਰ ਲੋਕ ਜਿਹੜੇ ਸੀਗੇ, ਜਦੋਂ ਨੌਕਰੀਆਂ ਮੰਗਣ ਗਏ ਤਾਂ ਉਹਨਾਂ ਨੂੰ ਕਿਵੇਂ, ਖਾਸ ਤੌਰ 'ਤੇ ਸਾਡੀਆਂ ਭੈਣਾਂ ਨੂੰ, ਸੋ ਉਹਨਾਂ ਨੂੰ ਕਿਵੇਂ ਕੁੱਟਿਆ ਗਿਆ ਉਹ ਆਪਾਂ ਸਾਰੇ ਜਾਣਦੇ ਹਾਂ। ਸੋ ਇੱਕ ਪਾਸੇ ਤਾਂ ਇਹ ਆਲਮ ਹੋ ਚੁੱਕਿਆ ਹੈ ਤੇ ਦੂਜੇ ਪਾਸੇ ਕੈਪਟਨ ਸਾਹਿਬ ਦੀ ਇੱਛਾ ਜਾਗਰਤ ਹੋ ਰਹੀ ਹੈ ਕਿ ਮੈਂ ਦੁਬਾਰਾ ਮੁੱਖ ਮੰਤਰੀ ਬਣ ਜਾ। ਸੋ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ, ਦੇਖੋ ਜਿਹੜੀ ਕਾਠ ਦੀ ਆਂਡੀ ਹੁੰਦੀ ਹੈ ਨਾ ਸੁਖਿੰਦਰ ਜੀ, ਉਹ ਬਾਰ-ਬਾਰ ਨਹੀਂ ਚੜ੍ਹਦੀ, ਇੱਕ ਮੁਹਾਵਰਾ ਹੈ। ਸੋ ਜੇ ਕੋਈ ਉਹਨਾਂ ਨੂੰ ਲੱਗਦਾ ਹੈ ਕਿ ਬਾਰ-ਬਾਰ ਮੇਰਾ ਇੱਦਾਂ ਤੁੱਕਾ ਲੱਗ ਜਾਏਗਾ ਕੈਪਟਨ ਸਾਹਿਬ ਦਾ, ਉਹ ਬਾਰ-ਬਾਰ ਪੰਜਾਬ ਦੇ ਜਿਹੜੇ ਲੋਕ ਨੇ ਬਹੁਤ ਸਿਆਣੇ ਹੋ ਚੁੱਕੇ ਨੇ। ਪਿਛਲੇ 4 ਸਾਲਾਂ ਦੇ ਵਿੱਚ ਬਹੁਤ ਕੁਝ ਪੰਜਾਬ ਨੇ ਦੇਖਿਆ ਹੈ, ਬਹੁਤ ਚੇਤਨਾ ਜਾਗੀ ਹੈ ਪੰਜਾਬ ਦੇ ਲੋਕਾਂ ਦੀ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਬਾਰ-ਬਾਰ ਬੁੱਧੂ ਬਣਾ ਕੇ ਵੋਟਾਂ ਲੈ ਲਓਗੇ, ਮੈਨੂੰ ਇਹ ਗੱਲ ਸੰਭਵ ਨਹੀਂ ਲੱਗ ਰਹੀ। ਸੋ ਇਸ ਕਰਕੇ ਇਹ ਉਹਨਾਂ ਦੇ ਮੁਰਾਰੀ ਲਾਲ ਦੇ ਸੁਪਨੇ ਜਿਹੜੇ ਨੇ ਉਹ ਬਣ ਕੇ ਰਹਿ ਜਾਣੇ ਨੇ। ਉਹਨਾਂ ਦਾ ਮੁੱਖ ਮੰਤਰੀ ਬਣਨਾ ਮੈਨੂੰ ਸੰਭਵ ਜਾਂ ਨਜ਼ਰ ਨਹੀਂ ਆ ਰਿਹਾ ਫਿਲਹਾਲ। ਨਵਜੋਤ ਸਿੰਘ ਸਿੱਧੂ ਦੀ ਫਿਰ ਲਾਟਰੀ ਜਾਗ ਸਕਦੀ ਹੈ? ਦੇਖੋ ਇਹ ਕੀ ਹੋਏਗਾ, ਕਿਹਦੀ ਲਾਟਰੀ ਜਾਗੇਗੀ ਨਹੀਂ ਜਾਗੇਗੀ, ਇਹ ਇੱਕ ਭਵਿੱਖ ਦੱਸੇਗਾ। ਪਰ ਫਿਲਹਾਲ ਜਿਵੇਂ ਕੈਪਟਨ ਸਾਹਿਬ ਉਹ ਰਾਜ ਸੱਤਾ ਉਹ ਚਲਾ ਰਹੇ ਨੇ, ਉੱਥੋਂ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਸਾਹਿਬ ਦੀ ਬਾਰੀ ਜਿਹੜੀ ਹੈਗੀ ਹੈ ਦੁਬਾਰਾ ਆਏਗੀ। ਉਹਦਾ ਖਾਪਾ ਕੌਣ ਪੂਰਾ ਕਰੇਗਾ, ਇਹ ਹੁਣ ਭਵਿੱਖ ਦੀਆਂ ਜਿਹੜੀ ਹੈਗੀ ਹੈ ਉਹਦੇ ਵਿੱਚ ਗੱਲਾਂ ਨੇ। ਪਰ ਫਿਲਹਾਲ ਮੈਨੂੰ ਜਿਹੜੇ ਹੈਗਾ ਕੈਪਟਨ ਸਾਹਿਬ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਤਾਂ ਆਖਰੀ ਸਵਾਲ ਹੈ, ਭਾਜਪਾ ਦੇ ਮੁੱਖ ਮੰਤਰੀ ਨੇ ਤਰਵਿੰਦਰ ਰਾਵਤ ਜਿਹੜੇ ਹੈਗੇ ਆ ਉਹਨਾਂ ਨੇ ਅਸਤੀਫਾ ਦੇ ਦਿੱਤਾ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ। ਕਿਵੇਂ ਦੇਖਦੇ ਹੋ, ਕੀ ਮਜਬੂਰੀ ਰਹੀ ਇੱਕ ਸਿਟਿੰਗ ਸੀਐਮ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਜਿਹੜਾ ਉਹ ਦੇ ਦਿੱਤਾ, ਜਦ ਕਿ ਹਲੇ 1 ਸਾਲ ਉਹਨਾਂ ਦੀ ਸਰਕਾਰ ਦਾ ਜਿਹੜਾ ਉਹ ਬਾਕੀ ਸੀ? ਦੇਖੋ ਇਸ ਵੇਲੇ 3-4 ਸਟੇਟਾਂ ਜਿਹੜੀਆਂ ਨੇ ਉਹਨਾਂ ਦਾ ਬਹੁਤ ਵੱਡਾ ਇਸ ਵੇਲੇ ਸੰਕਟ ਮੰਡਰਾ ਰਿਹਾ ਹੈ। ਪਹਿਲੀ ਗੱਲ ਤਾਂ ਹੈ ਕਿ ਹਰਿਆਣੇ ਦੇ ਵਿੱਚ, ਕਿਉਂਕਿ ਹਰਿਆਣੇ ਦੇ ਵਿੱਚ ਜੇਜੇਪੀ ਨਾਲ ਬੀਜੇਪੀ ਸਾਂਝੇ ਤੌਰ ਤੇ ਜਿਹੜੀ ਹੈਗੀ ਸੱਤਾ 'ਚ ਹੈ। ਆਪਾਂ ਨੂੰ ਪਤਾ ਹੈ ਕਿ ਲਗਾਤਾਰ ਇੱਕ ਸੰਕਟ ਜਿਹੜਾ ਹੈਗਾ ਹਰਿਆਣੇ ਦੀ ਸਰਕਾਰ ਦੇ ਉੱਤੇ ਮੰਡਰਾ ਰਿਹਾ। ਜਦੋਂ ਵੀ ਜੇਜੇਪੀ ਵਾਲਿਆਂ ਨੇ ਜਿਹੜੀ ਆਪਣੀ ਪੌੜੀ ਖਿੱਚ ਲਈ ਤਾਂ ਲਾਜ਼ਮੀ ਤੌਰ ਤੇ ਇਹ ਸਰਕਾਰ ਜਿਹੜੀ ਹੈਗੀ ਹੈ ਬੀਜੇਪੀ ਦੀ ਹਰਿਆਣੇ ਦੇ ਵਿੱਚੋਂ ਗਿਰ ਸਕਦੀ ਹੈ। ਦੂਸਰਾ ਹੈ ਕਿ ਯੂਪੀ ਦੇ ਵਿੱਚ, ਕਿਉਂਕਿ ਇਹ ਕਿਸਾਨ ਅੰਦੋਲਨ ਜਿਉਂ-ਜਿਉਂ ਯੂਪੀ ਦੇ ਵਿੱਚ ਅੱਗੇ ਵਧ ਰਿਹਾ ਹੈ ਤਿਉਂ-ਤਿਉਂ ਯੂਪੀ ਦੇ ਜਿਹੜੇ ਲੋਕ ਨੇ ਚੇਤਨ ਹੋ ਰਹੇ ਨੇ, ਖਾਸ ਤੌਰ ਤੇ ਉੱਥੋਂ ਦੀ ਕਿਸਾਨੀ ਜਾਂ ਜਿਹੜੀਆਂ ਉੱਥੋਂ ਦੀਆਂ ਮਹਾਂ ਪੰਚਾਇਤਾਂ ਦਾ ਇਕੱਠ ਹੋ ਰਿਹਾ ਉਹ ਯੂਪੀ ਦੇ ਜਿਹੜਾ ਹੈਗਾ ਵਿਰੋਧ ਦੇ ਵਿੱਚ ਜਾ ਰਿਹਾ। ਇਸ ਤੋਂ ਬਾਅਦ ਜਿਹੜਾ ਹੈਗਾ ਵਾਰੀ ਆਉਂਦੀ ਹੈ ਉੱਤਰਾਖੰਡ ਦੀ, ਕਿਉਂਕਿ ਉੱਤਰਾਖੰਡ ਦੇ ਵਿੱਚ ਵੀ ਜਿਹੜੇ ਹੈਗੇ ਬਹੁਤ ਸਾਰੇ ਕਿਸਾਨ ਔਰ ਖਾਸ ਤੌਰ ਤੇ ਜਿਹੜਾ ਪੰਜਾਬੀ ਕਿਸਾਨ ਹੈ
ਉਹ ਉੱਥੇ ਵਸਿਆ ਹੋਇਆ, ਔਰ ਉਹ ਬਹੁਤ ਵੱਡੀ ਗੱਲ ਹੈ ਕਿ ਜੇ ਉੱਥੇ ਦੇ ਬੀਜੇਪੀ ਸਰਕਾਰ ਦੇ ਵਿੱਚ ਕੋਈ ਸੰਕਟ ਆਉਂਦਾ ਹੈ ਤਾਂ ਲਾਜ਼ਮੀ ਤੌਰ ਤੇ ਇਹਦਾ ਫਾਇਦਾ ਹੈ ਜਿਹੜਾ ਹੈਗਾ ਕਿਸਾਨਾਂ ਨੂੰ ਮਿਲੇਗਾ ਹੀ ਮਿਲੇਗਾ। ਕਿਤੇ ਨਾ ਕਿਤੇ ਕਿਸਾਨਾਂ ਦਾ ਵੀ ਇੱਕ ਜਿਹੜਾ ਰੋਲ ਹੋ ਸਕਦਾ, ਕਿਸਾਨਾਂ ਦੇ ਅੰਦੋਲਨ ਦਾ ਵੀ ਰੋਲ ਹੋ ਸਕਦਾ ਇਸ ਦੇ ਵਿੱਚ। ਤੁਸੀਂ ਤੁਹਾਡੇ ਕਹਿਣ ਦਾ ਮਤਲਬ ਜਿਹੜਾ ਸੀਐਮ ਨੇ ਅਸਤੀਫਾ ਦਿੱਤਾ, ਮੈਂ ਇਹ ਕਹਿਣਾ ਚਾਹੁੰਦਾ ਕਿ ਸਿੱਧੇ ਤੌਰ ਤੇ ਕਦੇ ਵੀ ਇਹ ਗੱਲ ਨਹੀਂ ਮੈਨੂੰ ਲੱਗਦਾ ਕਿ ਨਹੀਂ ਹੈ, ਪਰ ਅਸਿੱਧੇ ਤੌਰ ਤੇ ਇਨਡਾਇਰੈਕਟਲੀ ਜਦੋਂ ਕਈ ਚੀਜ਼ਾਂ ਸਿੱਧੇ ਤੌਰ ਤੇ ਵਾਪਰਦੀਆਂ ਨੇ, ਕਿਉਂਕਿ ਇਹ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਹੁਣ ਸੰਘਰਸ਼ ਹੈ ਆਉਣ ਵਾਲੇ ਸਮੇਂ ਦੇ ਵਿੱਚ, ਖਾਸ ਤੌਰ ਤੇ ਜਿਹੜਾ ਉੱਤਰੀ ਏਰੀਆ ਹੈ ਔਰ ਉੱਤਰਾਖੰਡ, ਜਿਹਦੇ ਵਿੱਚ ਰਾਜਸਥਾਨ, ਜਿਹਦੇ ਵਿੱਚ ਹਰਿਆਣਾ ਔਰ ਯੂਪੀ ਦਾ ਵੱਡਾ ਹਿੱਸਾ ਜਿਹੜਾ ਹੈਗਾ, ਉਹ ਸਾਰੇ ਲੋਕ ਜਿੱਥੇ ਖਾਸ ਤੌਰ ਤੇ ਪੰਜਾਬੀ ਭਾਈਚਾਰਾ ਵਸਦਾ ਹੈ, ਉਹਨਾਂ ਸਟੇਟਾਂ ਦੇ ਵਿੱਚ ਬੀਜੇਪੀ ਲਈ ਬੜਾ ਵੱਡਾ ਇੱਕ ਸੰਕਟ ਦਾ ਦੌਰ ਚੱਲ ਰਿਹਾ। ਔਰ ਇਹ ਸੰਕਟ ਜਿਹੜਾ ਹੈਗਾ ਹੁਣ ਅਸਿੱਧੇ ਤੌਰ ਤੇ, ਮੈਂ ਸਿੱਧੇ ਤੌਰ ਤੇ ਜੇ ਨਾ ਵੀ ਕਹਾਂ ਤਾਂ ਸਿੱਧੇ ਤੌਰ ਤੇ ਤੁਸੀਂ ਦੇਖੋਗੇ ਕਿ ਉਹ ਸੰਕਟ ਦੀ ਸ਼ੁਰੂਆਤ ਹੋ ਚੁੱਕੀ ਹੈ। ਔਰ ਇਹ ਵੱਧਦਾ ਜਿਹੜਾ ਹੈਗਾ ਹੁਣ ਜੇ ਹਰਿਆਣੇ ਔਰ ਯੂਪੀ ਦੇ ਵਿੱਚ ਜਾ ਸਕਦਾ ਹੈ ਹੁਣ, ਕਿਉਂਕਿ ਅਗਲੇ ਦਿਨਾਂ ਦੇ ਵਿੱਚ ਇਲੈਕਸ਼ਨਾਂ ਨੇ, ਖਾਸ ਤੌਰ ਤੇ ਅਸਾਮ, ਬੰਗਾਲ ਆਦਿ ਜਿਹੜੀਆਂ 5 ਸਟੇਟਾਂ ਦੇ ਵਿੱਚ ਨੇ। ਜੇ ਉੱਥੇ ਬੀਜੇਪੀ ਨੂੰ ਵੱਡਾ ਸੰਕਟ ਸਹਿਣਾ ਪੈਂਦਾ, ਵੱਡੀ ਹਾਰ ਸਹਿਣੀ ਪੈਂਦੀ ਹੈ, ਤਾਂ ਲਾਜ਼ਮੀ ਤੌਰ ਤੇ ਇਹਦਾ ਅਸਰ ਜਿਹੜਾ ਹੈਗਾ ਨਾਰਥ ਦੀਆਂ ਸਟੇਟਾਂ ਨੇ ਬੀਜੇਪੀ ਦੀਆਂ, ਉਹ ਵੀ ਗਿਰਨ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ ਜੀ। ਤਾਂ ਗੱਲਬਾਤ ਕਰਨੀ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਆਪਾਂ ਹੁਣ ਇਹੀ ਮੈਂ ਕਹਿਣਾ ਚਾਹੁੰਦਾ ਕਿ ਇਸ ਵੇਲੇ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਸਾਡਾ, ਉਹ 100 ਦਿਨਾਂ ਤੋਂ ਉੱਪਰ ਟੱਪ ਚੁੱਕਿਆ, ਔਰ 100 ਦਿਨਾਂ ਦਾ ਮਤਲਬ ਹੈ ਕਿ ਆਪਣੇ ਇੱਕ ਵੱਡੇ ਸੰਕਟ ਚੋਂ ਇੱਕ ਨਿਕਲ ਚੁੱਕਿਆ ਹੈ। ਜਦੋਂ ਇਦਾਂ ਦੇ ਸੰਘਰਸ਼ ਲੰਬੇ ਹੁੰਦੇ ਨੇ ਤਾਂ ਉਹ ਨਾਲ ਦੀ ਨਾਲ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਲੈ ਕੇ ਆਉਂਦੇ ਨੇ। ਸੋ ਇਹ ਸੰਘਰਸ਼ ਬਹੁਤ ਕੁਝ ਨਵਾਂ ਲੈ ਕੇ ਆ ਰਿਹਾ ਸਾਡੇ ਲਈ, ਔਰ ਸਾਨੂੰ ਸਾਰਿਆਂ ਨੂੰ ਇਸ ਸੰਘਰਸ਼ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ, ਔਰ ਇਹਨੂੰ ਅੰਜਾਮ ਤੱਕ ਪਹੁੰਚਾਉਣ ਦੇ ਲਈ ਸਾਨੂੰ ਸਿਰ ਤੋੜ ਦਾ ਯਤਨ ਜਿਹੜਾ ਹੈਗਾ ਕਰਨਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਕੁਝ ਵੱਡੀਆਂ ਤੇ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਭੀਮਿੰਦਰ ਹੋਣਾ ਦੇ ਜਿਹੜੇ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਪ੍ਰੋਗਰਾਮ ਦੇ ਵਿੱਚ ਕੁਝ ਵੱਡੀਆਂ ਤੇ ਨਵੀਆਂ ਖਬਰਾਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।